ਜਿਹੜੇ ਸਿੱਧੂ ਸਾਹਿਬ ਦੇ ਪਹਿਲਾਂ ਪੱਪੂ ਹੁੰਦੇ ਸੀ, ਹੁਣ ਉਹਦੇ ਰਹਿਬਰ ਨੇ, ਰਾਹ ਦਿਖਾਉਣ ਵਾਲੇ ਨੇ। ਤੇ ਅਸੀਂ ਤਾਂ ਉਹਨਾਂ ਨੂੰ ਕਦੇ ਪੱਪੂ ਨਹੀਂ ਕਿਹਾ। ਅਸੀਂ ਤਾਂ ਮਾਫੀ ਕਿਸਾਨਾਂ ਕੋਲੋਂ ਮੰਗ ਲਈ ਕਿ ਵੀ ਤੁਹਾਨੂੰ ਸੜਕਾਂ 'ਤੇ ਬੈਠਣਾ ਪਿਆ। ਪਰ ਕੀ ਤੁਸੀਂ 84 ਦੀ ਨਸਲਕੁਸ਼ੀ ਲਈ ਮਾਫੀ ਮੰਗੋਗੇ? ਇਸ ਦੇਸ਼ ਦਾ ਪ੍ਰਧਾਨ ਮੰਤਰੀ, ਇਸ ਦੇਸ਼ ਦਾ ਰਾਸ਼ਟਰਪਤੀ ਸਿੱਖ ਰਿਹਾ। ਕਦੇ ਵੀ ਕਿਸੇ ਨੇ ਨਹੀਂ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣੇ, 84 ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਸਾਡੇ MLA ਦੀ ਮੌਬ ਲਿੰਚਿੰਗ ਕੀਤੀ, ਬਾਕੀ ਜਗ੍ਹਾ ਕੀਤੀ, ਕਾਂਗਰਸੀ ਸੀ। ਇਹ ਜਿਹੜੀ ਗੱਲ ਉਹਨੇ ਕਹੀ ਆ ਕਿ ਆਤੰਕਵਾਦੀਆਂ ਨੇ ਪ੍ਰਧਾਨ ਮੰਤਰੀ ਦੀ ਬਾਂਹ ਮਰੋੜ ਲਈ, ਇਹ ਕੋਈ ਭਾਸ਼ਾ ਨਹੀਂ, ਸੱਭਿਅ ਭਾਸ਼ਾ ਨਹੀਂ। ਕੰਗਨਾ ਰਣੌਤ ਦਾ ਆਪਣੀ ਬੁੱਧੀ 'ਤੇ ਕੰਟਰੋਲ ਹੋਣਾ ਚਾਹੀਦਾ। ਮੈਂ ਤਾਂ ਉਹਨੂੰ ਇਹੀ ਕਹੂੰਗਾ, ਉਹਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ। ਬਾਜਵਾ ਵੀ ਉਹਦਾ ਮਿੱਤਰ ਆ ਜਿਹੜਾ IASI ਦਾ ਹੈੱਡ ਆ, ਅਤੇ ਜਿਹੜਾ ਆਰਮੀ ਚੀਫ ਆ, ਅਤੇ ਇਮਰਾਨ ਵੀ ਉਹਦਾ ਮਿੱਤਰ ਆ, ਅਤੇ ਪਾਕਿਸਤਾਨ ਵੀ ਉਹਦਾ ਮਿੱਤਰ ਆ। ਮੈਂ ਕੰਗਨਾ ਰਣੌਤ ਅਤੇ ਨਵਜੋਤ ਸਿੰਘ ਸਿੱਧੂ 'ਚ ਕੋਈ ਬਹੁਤਾ ਫਰਕ ਨਹੀਂ ਮੰਨਦਾ। ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਕਰਦੀ ਆ, ਉਸ ਤਰ੍ਹਾਂ ਦੇ ਉਹ ਥੋੜ੍ਹਾ ਬਹੁਤ ਹੀ ਫਰਕ ਹੋਣਾ। ਸਾਡਾ ਕੋਈ ਗਠਬੰਧਨ ਨਹੀਂ ਹੋਇਆ। ਅਸੀਂ 117 ਸੀਟਾਂ ਦੀ ਤਿਆਰੀ ਕਰ ਰਹੇ ਹਾਂ। 3 ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹੋਇਆ, ਪਰ ਕਿਸਾਨ ਹਜੇ ਵੀ ਕਹਿ ਰਿਹਾ ਜਿਹੜੇ ਉਹਨਾਂ ਦੀ ਕੁਝ ਮੰਗਾਂ ਨੇ ਬਾਕੀ ਨੇ, ਜਦੋਂ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ, ਸਰਕਾਰ ਉਹਨਾਂ ਨੂੰ ਨਹੀਂ ਮੰਨਦੀ, ਅਸੀਂ ਵਾਪਸ ਨਹੀਂ ਜਾਵਾਂਗੇ। ਇੱਕ MSP ਦੀ ਮੰਗ ਹੈ, ਇੱਕ ਪਾਵਰ ਬਿੱਲ ਦੀ ਵੀ ਉਹਨਾਂ ਨੇ ਮੰਗ ਰੱਖੀ ਹੈ। ਸਾਡੇ ਨਾਲ ਮੌਜੂਦ ਨੇ BJP ਦੇ ਲੀਡਰ, ਸੀਨੀਅਰ ਲੀਡਰ ਹਰਜੀਤ ਗਰੇਵਾਲ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ, ਕਿਸਾਨਾਂ ਦਾ ਬਿਆਨ ਆਇਆ ਵੀ MSP ਜਦੋਂ ਤੱਕ ਲੀਗਲ ਨਹੀਂ ਕੀਤੀ ਜਾਂਦੀ, ਉਹ ਵੀ ਸਾਡੀ ਮੰਗ ਸੀ। 3 ਖੇਤੀ ਕਾਨੂੰਨ ਤੋਂ ਇਲਾਵਾ ਨਾਲ ਪਾਵਰ ਦੀ ਜਿਹੜਾ ਸਮਝੌਤਾ ਹੈ ਬਿੱਲ, ਉਹ ਜਦੋਂ ਤੱਕ ਨਹੀਂ, ਜਿਹੜੀਆਂ ਹੋਰ ਵੀ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਨਹੀਂ ਵਾਪਸ ਜਾਵਾਂਗੇ। ਦੇਖੋ, ਪਹਿਲੀ ਗੱਲ ਤਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ 3 ਖੇਤੀ ਕਾਨੂੰਨ ਰੱਦ ਕੀਤੇ। ਕਾਨੂੰਨ ਸਾਡੇ ਬਹੁਤ ਅੱਛੇ ਸੀ, ਕਿਸਾਨ ਹਿੱਤੂ ਸੀ। ਸਾਡੇ ਪ੍ਰਧਾਨ ਮੰਤਰੀ ਕਿਸਾਨ ਹਿੱਤੂ ਨੇ, ਸਾਡੀ ਸਰਕਾਰ ਵੀ ਕਿਸਾਨ ਹਿੱਤੂ ਆ। ਪਰ ਅਸੀਂ ਕੁਝ ਕਿਸਾਨਾਂ ਨੂੰ, ਸਾਰੇ ਨਹੀਂ, ਬਾਕੀ ਤਾਂ ਸਮਝ ਗਏ ਸੀ ਦੇਸ਼ ਦੇ, ਕੁਝ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ। ਉਹ ਸਾਡੀ ਗਲਤੀ ਸੀ। ਪ੍ਰਧਾਨ ਮੰਤਰੀ ਜੀ ਨੇ ਵੀ ਉਹਨਾਂ ਤੋਂ ਗਲਤੀ ਮੰਨੀ, ਔਰ ਮੈਂ ਵੀ ਮਾਫੀ ਮੰਗਦਾ। ਅਤੇ ਅਸੀਂ ਉਹਨਾਂ ਨੂੰ ਸਮਝਾ ਨਹੀਂ ਸਕੇ। ਉਹਨਾਂ ਨੂੰ ਇਹ ਕਹਿ ਕੇ ਲੈ ਗਏ ਸੀ ਕਿ ਤੁਹਾਡੀਆਂ ਜ਼ਮੀਨਾਂ ਖੋਹ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀਆਂ ਨੇ ਇਹਨਾਂ ਕਾਨੂੰਨਾਂ ਨਾਲ। ਪਰ ਐਸਾ ਕੁਛ ਹੈ ਨਹੀਂ ਸੀ, ਨਾ ਖੋਈਆਂ ਸੀ ਨਾ ਖੋਹਣੀਆਂ ਸੀ। ਔਰ ਕਿਸਾਨ ਦੀ ਆਮਦਨ ਦੁੱਗਣੀ ਕਰਨ ਲਈ ਸੀ ਕਾਨੂੰਨ, ਪਰ ਉਹ ਜਨਤਾ ਨਹੀਂ ਚਾਹੁੰਦੀ ਅਤੇ ਉਹ ਰਿਪੀਲ ਕਰਦੇ ਆ। ਇਹਨਾਂ ਨੇ ਕਿਹਾ ਸੀ MSP ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਵੀ ਅਸੀਂ ਕਮੇਟੀ ਬਣਾ ਦਿੰਦੇ ਹਾਂ, ਉਹਦੇ 'ਚ ਕਿਸਾਨ ਲੀਡਰ ਬੈਠਣਗੇ, ਅਫਸਰਾਂ ਨਾਲ ਬੈਠ ਲਓ, ਜਿਹੋ ਜਿਹਾ ਕਾਨੂੰਨ ਬਣਾਉਣਾ ਬਣਾ ਲਓ। ਉਹਨਾਂ ਨੇ ਬਣਾਉਣਾ, ਉਹਨਾਂ 'ਤੇ ਛੱਡਤਾ। ਜੇ ਉਸ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਦੀ ਗੱਲ 'ਤੇ ਵੀ, ਤਾਂ ਕੁਛ ਲੋਕ ਜਿਹੜੇ ਆ, ਇਹ ਕਮੀ ਆ ਕਿ ਇਹ ਜਥੇਬੰਦੀਆਂ ਦਾ ਅੰਦੋਲਨ ਸੀ, ਕਿਸਾਨ ਜਥੇਬੰਦੀਆਂ। ਕਿਸਾਨ ਜਥੇਬੰਦੀਆਂ ਜ਼ਰੂਰ ਸਿਆਸਤ ਤੋਂ ਪ੍ਰੇਰਿਤ ਹੋ ਸਕਦੀਆਂ ਨੇ, ਪਰ ਕਿਸਾਨ ਜਿਹੜਾ ਸੀ ਉਹ ਜੈਨੂਨ ਕਿਸਾਨ ਸੜਕਾਂ 'ਤੇ ਬੈਠਾ ਸੀ। ਉਹਨੂੰ ਇਹ ਕਹਿ ਕੇ ਲੈ ਗਏ ਸੀ ਕਿ ਤੇਰੀਆਂ ਜ਼ਮੀਨਾਂ ਖੋਹ ਲੈਣੀਆਂ ਨੇ, ਅਡਾਨੀ ਅੰਬਾਨੀ ਨੂੰ ਦੇ ਦੇਣੀਆਂ। ਉਹ ਮਰਨ 'ਤੇ ਹੋ ਕੇ ਗਿਆ ਸੀ। ਉਹਨਾਂ ਕਿਸਾਨਾਂ ਦਾ ਸਤਿਕਾਰ ਹੋਇਆ। ਹੁਣ ਕੁਛ ਲੋਕ ਕਾਂਗਰਸ, ਆਮ ਆਦਮੀ ਪਾਰਟੀ ਇਹ ਸਮਰਥਨ ਦੇ ਰਹੇ ਸੀ। ਇਹ ਇਸ ਅੰਦੋਲਨ ਨੂੰ ਲੰਬਾ ਕਰਨਾ ਚਾਹੁੰਦੇ ਸੀ। ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਖਿਲਾਫ ਔਰ ਸਾਡੀ ਸਰਕਾਰ ਦੇ ਖਿਲਾਫ ਕੋਈ ਵਿਰੋਧ ਕਰਨ ਦਾ ਤਰੀਕਾ ਨਹੀਂ ਸੀ। ਇਹਨਾਂ ਨੇ ਕਿਸਾਨ ਦਾ ਮੋਢਾ ਲੱਭ ਲਿਆ ਅਤੇ ਉਸ ਤਰ੍ਹਾਂ ਇਹ ਵਿਰੋਧ ਕਰਨ ਲੱਗ ਗਏ। ਅਤੇ ਹੁਣ ਇਹਨਾਂ ਨੂੰ ਇਹ ਸਿਆਸਤ ਛੱਡ ਕੇ, ਮੈਂ ਕਿਸਾਨ ਲੀਡਰਾਂ ਨੂੰ ਵੀ ਪ੍ਰਾਰਥਨਾ ਕਰਦਾ ਕਿ ਸਿੱਧੀ ਜਦੋਂ ਤੁਹਾਡੀਆਂ ਗੱਲਾਂ ਮੰਨ ਲਈਆਂ ਨੇ, ਤੁਹਾਡੀ ਕਮੇਟੀ ਬਣਾ ਰਹੇ ਆ, ਅਤੇ ਤੁਸੀਂ ਉਹ ਕਮੇਟੀ ਬਣਵਾਓ ਔਰ ਆਪਣਾ ਫੈਸਲਾ ਆਪ ਕਰ ਲਓ, ਜਿਹੋ ਜਿਹਾ ਤੁਸੀਂ ਚਾਹੁੰਦੇ ਹੋ। ਕਾਨੂੰਨ ਰੱਦ ਹੋ ਗਏ ਨੇ, ਹੋਰ ਕੀ ਚਾਹੀਦਾ? ਇਸ ਦਾ ਮਤਲਬ ਕੀ ਆ ਕਿ ਇਹਨੂੰ ਕੁਛ ਲੋਕ 2024 ਤੱਕ ਲੈ ਕੇ ਜਾਣਾ ਚਾਹੁੰਦੇ ਸੀ, ਔਰ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਦੇ ਲਈ ਹੁਣ ਉਹਨਾਂ ਨੂੰ ਦਿੱਕਤ ਹੋ ਗਈ ਕਿ ਉਸ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣ। ਹੁਣ ਬਹੁਤ ਸਾਰੀਆਂ ਗੱਲਾਂ ਕਾਂਗਰਸ ਦਾ ਚੀਫ ਮਿਨਿਸਟਰ ਕਹਿ ਰਿਹਾ ਕਿ ਆਹ ਵੀ ਕਰੋ, ਆਹ ਵੀ ਕਰੋ। ਤੁਸੀਂ ਦੇਖੋ ਕਿ ਉਗਰਾਹਾਂ ਸਾਹਿਬ ਜਿਹੜੇ ਆ, ਚੀਫ ਮਿਨਿਸਟਰ ਦੀ ਬਗਲ 'ਚ ਬੈਠ ਕੇ ਕੀ ਕਹਿ ਰਹੇ ਆ, ਕਾਂਗਰਸ ਦੇ ਮੁੱਖ ਮੰਤਰੀ ਦੇ, ਚਰਨਜੀਤ ਚੰਨੀ ਦੇ। ਹੁਣ ਅਸੀਂ ਕਾਂਗਰਸ ਦਾ ਵਿਰੋਧ ਨਹੀਂ ਕਰਾਂਗੇ, ਪਿੰਡਾਂ 'ਚ ਵਿਰੋਧ ਨਹੀਂ ਹੋਊਗਾ ਕਾਂਗਰਸ ਦਾ। ਵਾਹ ਭਲੇ ਮਾਨਸ, ਕੁਛ ਤਾਂ ਲੋਕ ਲਾਜ ਰੱਖੋ। ਲੋਕ ਰਾਜ 'ਚ ਲੋਕ ਲਾਜ ਬਹੁਤ ਜ਼ਰੂਰੀ ਹੁੰਦੀ ਆ, ਉਹ ਨਹੀਂ ਰੱਖਦੇ। ਅਤੇ ਇਸ ਕਰਕੇ ਉਗਰਾਹਾਂ ਸਾਹਿਬ ਨੂੰ ਪੁੱਛਿਆ ਜਾਵੇ ਕਿ ਕਾਂਗਰਸ ਨੇ ਤੈਨੂੰ ਕੀ ਸ਼ਗਨ ਪਾਤਾ ਹੈ। ਅਤੇ ਵੱਡੀ ਗੱਲ ਇਹ ਆ, ਕੇਰਲਾ, ਹਰਿਆਣਾ ਅਤੇ ਹੋਰ ਕਈ ਸਟੇਟਾਂ ਨੇ ਸਬਜ਼ੀਆਂ ਦੀ MSP ਆਪ ਤੈਅ ਕੀਤੀ ਆ, ਦਿੱਤੀ ਹੈ ਸਟੇਟ ਗੌਰਮੈਂਟਸ ਨੇ। ਪੰਜਾਬ ਨੂੰ ਵੀ ਕਹੇ ਨਾ ਕਰ ਦੇਣ, ਉਗਰਾਹਾਂ ਸਾਹਿਬ ਦੇ ਬਹੁਤ ਖਾਸ ਨੇ, ਕਰਵਾ ਲੈਣ। ਉਹਨਾਂ ਤੋਂ ਕੋਈ ਮੰਗ ਨਹੀਂ ਕਰਦੇ, ਉਹਨਾਂ ਨੂੰ ਕੋਈ ਗੱਲ ਨਹੀਂ ਕਹਿੰਦੇ। ਇਸ ਲਈ ਸਾਡੀ ਇਹ ਜਿਹੜੀ ਗੱਲ ਆ, ਇਹਨਾਂ ਨੂੰ ਮੰਨਣੀ ਚਾਹੀਦੀ ਆ। ਔਰ ਹੁਣ ਕਿਸਾਨਾਂ ਨੂੰ ਘਰਾਂ ਨੂੰ ਜਾਣ ਦੇਣਾ ਚਾਹੀਦਾ। ਔਰ ਮੈਂ ਇਹ ਸਮਝਦਾ ਕਿ ਉਹ ਕਿਸਾਨ ਦਾ ਦੁਸ਼ਮਣ ਹੋਊਗਾ ਜਿਹੜਾ ਹੁਣ ਵੀ ਕਿਸਾਨ ਨੂੰ ਸੜਕ 'ਤੇ ਬਿਠਾਊਗਾ। ਇਹ ਕੰਮ ਨਹੀਂ ਕਰਨਾ ਚਾਹੀਦਾ। ਅਤੇ ਜਿਹੜਾ ਕਾਂਗਰਸ ਨੂੰ ਹੁਣ ਮੈਂ ਇੱਕ ਗੱਲ ਹੋਰ ਕਹਿਣਾ, ਸਿੱਧੂ ਸਾਹਿਬ ਨੂੰ ਕਹਿਣਾ, ਚੰਨੀ ਸਾਹਿਬ ਨੂੰ ਕਹਿਣਾ, ਅਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ,
ਜਿਹੜੇ ਸਿੱਧੂ ਸਾਹਿਬ ਦੇ ਪਹਿਲਾਂ ਪੱਪੂ ਹੁੰਦੇ ਸੀ, ਹੁਣ ਉਹਦੇ ਰਹਿਬਰ ਨੇ, ਰਾਹ ਦਿਖਾਉਣ ਵਾਲੇ ਨੇ। ਅਤੇ ਅਸੀਂ ਤਾਂ ਉਹਨਾਂ ਨੂੰ ਕਦੇ ਪੱਪੂ ਨਹੀਂ ਕਿਹਾ, ਅਤੇ ਉਹੀ ਕਹਿੰਦੇ ਸੀ, ਉਹਨਾਂ ਨੇ ਨਾਂ ਪਾਇਆ। ਪਰ ਹੁਣ ਮੈਂ ਇੱਕ ਗੱਲ ਕਹਿਣਾ ਇਹਨਾਂ ਨੂੰ ਕਿ ਬਈ ਅਸੀਂ ਤਾਂ ਮਾफ़ੀ ਕਿਸਾਨਾਂ ਕੋਲੋਂ ਮੰਗ ਲਈ ਕਿ ਵੀ ਤੁਹਾਨੂੰ ਸੜਕਾਂ 'ਤੇ ਬੈਠਣਾ ਪਿਆ, ਪਰ ਕੀ ਤੁਸੀਂ 84 ਦੀ ਨਸਲਕੁਸ਼ੀ ਲਈ ਮਾफ़ੀ ਮੰਗੋਗੇ? ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, 3 ਦਿਨ ਲਗਾਤਾਰ ਹੋਈ, ਬੇਰੋਕ ਟੋਕ ਹੋਈ, ਇੱਕ ਵੀ ਨਸਲਕੁਸ਼ੀ ਕਰਨ ਵਾਲਾ ਵਿਅਕਤੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ। ਗੁਜਰਾਤ 'ਚ ਦੰਗੇ ਹੋਏ ਸੀ, 175 ਪੁਲਿਸ ਵਾਲੇ ਜਿਹੜੇ ਦੰਗਾਕਾਰੀ ਸੀ ਉਹ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ। ਪੂਰੇ ਗੁਜਰਾਤ 'ਚ ਨਹੀਂ ਹੋਏ, ਬੇਰੋਕ ਟੋਕ ਨਹੀਂ ਹੋਏ, 7 ਜ਼ਿਲ੍ਹਿਆਂ 'ਚ ਹੋਏ, ਅਤੇ ਉਹਨਾਂ ਨੂੰ ਸਜ਼ਾਵਾਂ ਹੋਈਆਂ। ਸਾਡੀ ਕੈਬਨਿਟ ਮਿਨਿਸਟਰ ਸੀ, ਉਹ ਵਿਚਾਰੀ ਨੂੰ ਮਾਇਆ ਕੋਡਨਾਨੀ, ਉਹਨੂੰ ਉਮਰ ਕੈਦ ਹੋ ਗਈ ਸੀ, ਅਤੇ ਇਹ ਮੁਕੱਦਮੇ ਵੀ ਦਰਜ ਹੋਏ। ਇੱਥੇ ਨਾ ਤਾਂ ਮੁਕੱਦਮੇ ਦਰਜ ਹੋਏ, ਨਾ ਕਿਸੇ ਨੂੰ ਸਜ਼ਾ ਹੋਈ, ਉਲਟਾ ਉਹਨਾਂ ਨੂੰ ਕਾਂਗਰਸ ਨੇ ਉੱਚ ਪਦ ਦੇ ਕੇ ਨਵਾਜਿਆ। ਕੋਈ ਮੁੱਖ ਮੰਤਰੀ ਬਣਾਤਾ, ਕੋਈ ਮੰਤਰੀ ਬਣਾਤਾ ਕੇਂਦਰ ਦਾ, ਕੋਈ MP ਬਣਾਤਾ। ਜਗਦੀਸ਼ ਟਾਈਲਰ ਫਿਰ ਉੱਚ ਪਦ 'ਤੇ ਬੈਠਾ, ਕਮਲਨਾਥ ਫਿਰ ਉੱਚ ਪਦ 'ਤੇ ਕਾਂਗਰਸ 'ਚ ਬੈਠਾ, ਸਰਕਾਰ ਨਹੀਂ ਤਾਂ ਉਹਨਾਂ ਨੂੰ ਪਦ ਦਿੱਤਾ। ਅਤੇ ਇਹ ਕੀ ਸਿੱਧੂ ਸਾਹਿਬ ਇਹ ਮੰਗ ਕਰਨਗੇ, ਚੰਨੀ ਸਾਹਿਬ ਇਹ ਮੰਗ ਕਰਨਗੇ ਕਿ ਇਹਨਾਂ ਨੂੰ ਹਟਾਓ, ਜਗਦੀਸ਼ ਟਾਈਲਰ ਨੂੰ ਅਤੇ ਕਮਲਨਾਥ ਨੂੰ? ਕਦੇ ਨਹੀਂ ਕੀਤੀ। ਦੋਹਰਾ ਚਿਹਰਾ ਇਹਨਾਂ ਦਾ। ਕੀ ਵਿਧਾਨ ਸਭਾ 'ਚ ਮਾफ़ੀ ਮੰਗਣਗੇ ਇਸ ਗੱਲ ਦੀ? ਅਸੀਂ ਤਾਂ ਮਾफ़ੀ ਮੰਗ ਲਈ, ਪਰ ਕੀ ਇਹ ਮਾफ़ੀ ਮੰਗਣਗੇ? ਇਹਨਾਂ ਦੇ ਦੋਹਰੇ ਚਿਹਰੇ ਨੇ, ਕਿਸੇ ਨੇ ਮਾफ़ੀ ਨਹੀਂ ਮੰਗਣੀ। ਇਸ ਦੇਸ਼ ਦਾ ਪ੍ਰਧਾਨ ਮੰਤਰੀ, ਇਸ ਦੇਸ਼ ਦਾ ਰਾਸ਼ਟਰਪਤੀ ਸਿੱਖ ਰਿਹਾ। ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣੇ, 84 ਦੇ ਦੋਸ਼ੀਆਂ ਨੂੰ ਸਜ਼ਾ ਮਿਲ ਜੇ। ਨਰਿੰਦਰ ਮੋਦੀ ਜੀ ਦੀ ਸਰਕਾਰ ਆਈ, ਕੇਸ ਬੰਦ ਹੋ ਗਏ, ਸਭ ਹੋ ਗਏ, ਦੁਬਾਰਾ ਕੇਸ ਖੋਲ੍ਹੇ ਗਏ 84 ਦੀ ਨਸਲਕੁਸ਼ੀ ਦੇ, ਔਰ ਅੱਜ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ। ਬਾਕੀਆਂ ਨੂੰ ਵੀ ਹੋ ਜਾਏਗੀ। ਅਤੇ ਉਹ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਕੀਤਾ, ਨਰਿੰਦਰ ਮੋਦੀ ਨੇ ਕੀਤਾ। ਬਾਕੀ ਸਿੱਖਾਂ ਨੂੰ ਕਾਲੀ ਸੂਚੀ 'ਚ ਪਾਇਆ ਗਿਆ ਸੀ, ਬਲੈਕ ਲਿਸਟ। ਉਹ 35 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸੀ, ਆਪਦੇ ਘਰਾਂ ਪਰਿਵਾਰਾਂ 'ਚ ਨਹੀਂ ਸੀ ਆ ਸਕਦੇ। ਮੋਦੀ ਜੀ ਨੇ ਆ ਕੇ ਉਹ ਕਾਲੀ ਸੂਚੀ, ਬਲੈਕ ਲਿਸਟ ਖਤਮ ਕੀਤੀ। ਉਹ ਹੁਣ ਆਪਦੇ ਪਰਿਵਾਰਾਂ 'ਚ ਆ ਸਕਦੇ ਆ। ਇਹ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਕੀਤਾ। ਹੇਮਕੁੰਟ ਸਾਹਿਬ ਲਈ ਰੋਪਵੇ, ਉਹ ਕੇਦਾਰਨਾਥ ਸਾਹਿਬ ਗਏ, ਸ਼੍ਰੀ ਕੇਦਾਰਨਾਥ, ਉਹਨਾਂ ਨੇ ਕਿਹਾ ਨਹੀਂ ਇਹ ਵੀ ਰੋਪਵੇ ਬਣਾਓ, ਲੋਕਾਂ ਨੂੰ ਦਰਸ਼ਨ ਕਰਨ ਲਈ ਸੁਵਿਧਾ ਹੋਵੇ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਔਰ ਇਸ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਨੇ ਸਿੱਖਾਂ ਲਈ ਕੀਤੀਆਂ। ਔਰ ਫਿਰ ਕੀ ਹੋਇਆ ਕਿ 99 'ਚ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਗਏ। ਉਹਨਾਂ ਨੇ ਕਿਹਾ ਇਹ ਲਾਂਘਾ ਬਣਨਾ ਚਾਹੀਦਾ, ਕੋਰੀਡੋਰ ਬਣਨਾ ਚਾਹੀਦਾ ਕਰਤਾਰਪੁਰ ਸਾਹਿਬ ਦਾ। ਨਰਿੰਦਰ ਮੋਦੀ ਜੀ ਆਏ, ਉਹ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਿਰਮਾਣ ਕਰਾਇਆ। ਉਸ ਤੋਂ ਬਾਅਦ ਕੋਵਿਡ ਦੀ ਮਹਾਮਾਰੀ ਆ ਗਈ ਅਤੇ ਲਾਂਘਾ ਬੰਦ ਹੋਇਆ, ਅਤੇ ਉਹਨਾਂ ਨੇ 110 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕਰਵਾ ਕੇ ਪਹਿਲਾਂ ਤਾਂ ਸੁਰੱਖਿਅਤ ਕੀਤਾ ਮਹਾਮਾਰੀ ਤੋਂ, ਫਿਰ ਉਹ ਲਾਂਘਾ ਵੀ ਖੋਲ੍ਹਤਾ। ਔਰ ਉਸ ਦੇ ਨਾਲ ਹੀ ਹੁਣ ਖੇਤੀ ਕਾਨੂੰਨ ਵੀ ਵਾਪਸ ਲੈ ਲਏ। ਅਸੀਂ ਤਾਂ ਇਹ ਕੁਛ ਕਰ ਰਹੇ ਹਾਂ, ਅਤੇ ਉਹ ਦੱਸਣ ਉਹ ਕੀ ਕਰ ਰਹੇ ਆ। ਉਹ ਸਾਡੇ ਮੱਥੇ 'ਤੇ ਕਾਲਾ ਧੱਬਾ ਲਾਉਣਾ ਚਾਹੁੰਦੇ ਸੀ, ਜਿਹੜਾ 26 ਜਨਵਰੀ ਨੂੰ ਉਹਨਾਂ ਨੇ ਦਿੱਲੀ 'ਚ ਕੀਤਾ। ਲਾਲ ਕਿਲ੍ਹੇ 'ਤੇ ਜਾ ਕੇ ਮੈਂ ਅਮਿਤ ਸ਼ਾਹ, ਨਰਿੰਦਰ ਮੋਦੀ ਔਰ ਦਿੱਲੀ ਪੁਲਿਸ ਨੂੰ ਸਲੂਟ ਕਰਦਾ ਕਿ ਉਹਨਾਂ ਕੋਲ ਲਾਠੀ ਵੀ ਸੀ, ਉਹਨਾਂ ਕੋਲ ਗੋਲੀ ਵੀ ਸੀ, ਉਹਨਾਂ ਕੋਲ ਸਭ ਚਲਾ ਸਕਦੇ ਸੀ, ਲਾਠੀ ਡੰਡਾ ਵੀ ਚਲਾ ਸਕਦੇ ਸੀ। ਕੁਛ ਨਹੀਂ ਚਲਾਇਆ। 30-30 ਫੁੱਟ ਤੋਂ ਪੁਲਿਸ ਵਾਲਿਆਂ ਨੇ ਛਾਲਾਂ ਮਾਰੀਆਂ ਔਰ ਆਪਣੇ ਆਪ ਨੂੰ ਬਚਾਇਆ, ਜ਼ਖਮੀ ਕਰਾ ਲਿਆ, ਅਤੇ ਪਰ ਲਾਠੀ ਗੋਲੀ ਨਹੀਂ ਚਲਾਈ। ਉਹ ਚਾਹੁੰਦੇ ਸੀ ਕਿ ਸਿੱਖਾਂ ਦੀ ਕਾਤਲ BJP ਨੂੰ ਬਣਾ ਦਈਏ, ਇਸ ਸਰਕਾਰ ਨੂੰ ਮੋਦੀ ਜੀ ਨੂੰ ਬਣਾ ਦਈਏ। ਉਹ ਕਾਮਯਾਬ ਨਹੀਂ ਹੋਏ। ਹੁਣ ਜਦੋਂ ਉਹ ਕਾਮਯਾਬ ਨਹੀਂ ਹੋਏ 2024 ਤੱਕ ਅੰਦੋਲਨ ਲਿਜਾਣ ਲਈ, ਜੇ ਹੁਣ ਲਿਜਾਣਗੇ, ਮੈਂ ਇਹ ਦੱਸਦਾ ਅੱਜ ਕਿ ਭਾਈ ਕਾਂਗਰਸ ਤਾਂ ਇਹ ਕਹਿ ਰਹੀ ਹੈ, ਪ੍ਰਿਅੰਕਾ ਗਾਂਧੀ ਦਾ ਇਹ ਬਿਆਨ ਹੈ ਵੀ ਇਹਨਾਂ ਨੂੰ UP 'ਚ ਆਪਣੀ ਹਾਰ ਦਿਖਦੀ ਸੀ। BJP ਨੂੰ ਜਾਂ ਨਰਿੰਦਰ ਮੋਦੀ ਨੂੰ ਇਹ ਲੱਗਦਾ ਸੀ ਵੀ UP 'ਚ ਅਸੀਂ ਜਿੱਤਦੇ ਨਹੀਂ ਜਦੋਂ ਤੱਕ ਕਿਸਾਨਾਂ ਨੂੰ ਅਸੀਂ ਖੁਸ਼ ਨਹੀਂ ਕਰ ਲੈਂਦੇ, ਖਾਸ ਕਰਕੇ ਸੈਂਟਰਲ ਅਤੇ ਵੈਸਟ UP 'ਚ। ਉਹਨਾਂ ਨੇ ਇਹ ਗੱਲ ਕਹੀ ਹੈ। ਅਰੇ ਭਾਈ, ਉਹਨਾਂ ਨੂੰ ਇੰਨੀ ਸਮਝ ਨਹੀਂ ਕਿ ਸਾਨੂੰ ਰਾਜਨੀਤੀ ਦੀ ਸਮਝ ਆ। ਭਾਈ ਇਹ ਅੰਦੋਲਨ ਨੂੰ ਕਾਂਗਰਸ ਸਭਾ ਦੇ ਰਹੀ ਸੀ, ਇਹ ਅੰਦੋਲਨ ਨੂੰ ਆਮ ਆਦਮੀ ਪਾਰਟੀ ਦੇ ਰਹੀ ਸੀ, ਔਰ ਇਹਨੂੰ ਹਿੰਸਕ ਬਣਾ ਰਹੇ ਸੀ। ਇਹ ਸਾਡੇ MLA ਦੀ ਮੌਬ ਲਿੰਚਿੰਗ ਕੀਤੀ, ਬਾਕੀ ਜਗ੍ਹਾ ਕੀਤੀ, ਕਾਂਗਰਸੀ ਸੀ। ਮੇਰੇ ਦਫ਼ਤਰ 'ਤੇ 3 ਵਾਰ ਹਮਲਾ ਹੋਇਆ, ਕਾਂਗਰਸੀ ਸੀ ਉਹਦੇ 'ਚ। ਅਸੀਂ ਫੋਟੋਗ੍ਰਾਫ ਦਿੱਤੇ, ਮੁਕੱਦਮੇ ਵੀ ਦਰਜ ਨਹੀਂ ਕਰਦੇ ਸੀ। ਹਾਈ ਕੋਰਟ ਤੋਂ ਕਰਵਾ ਰਹੇ ਹਾਂ ਕਿ ਇਹਨਾਂ ਦੇ ਮੁਕੱਦਮੇ ਦਰਜ ਕਰੋ। ਅਤੇ ਇਹ ਸਾਰਾ ਕੁਛ ਜਿਹੜਾ ਇਹਨਾਂ ਨੇ ਕੀਤਾ, ਸਾਨੂੰ ਪਤਾ ਕਿ ਅਸੀਂ ਕਾਨੂੰਨ ਵੀ ਵਾਪਸ ਲੈ ਲਏ, ਤਾਂ ਇਹਨਾਂ ਨੇ ਸਾਨੂੰ ਵੋਟਾਂ ਥੋੜ੍ਹਾ ਪਾਉਣੀਆਂ ਨੇ। ਅਸੀਂ ਵੋਟ ਬੈਂਕ ਦੀ ਲੜਾਈ ਨਹੀਂ ਕਰ ਰਹੇ, ਪਰ ਸਾਡਾ ਕਿਰਤੀ ਕਾਮਾ ਮਜ਼ਦੂਰ ਜਿਹੜਾ ਕਿਸਾਨ ਆ, ਉਹ ਸੜਕ 'ਤੇ ਨਾ ਬੈਠੇ, ਉਸ ਕਰਕੇ ਉਹ ਕੀਤਾ। ਕਾਨੂੰਨ ਜਿਹੜੇ ਵਾਪਸ ਲਏ ਆ, ਇਹ ਇਹਨਾਂ ਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਅਸੀਂ ਅੱਗੇ ਕੀ ਕਰਨਾ। ਪਰ ਅੱਗੇ ਜਿਹੜਾ ਅੰਦੋਲਨ ਚਲਵਾਉਣ ਦੀ ਗੱਲ ਕਰਦੇ ਆ, ਹੁਣ ਇਹ ਕਿਸਾਨਾਂ ਕੋਲੋਂ ਕੱਟ ਜਾਣਗੇ। ਕਿਸਾਨ ਦੇਸ਼ ਭਗਤ ਆ। ਕਿਸਾਨ ਦੇ ਜਦੋਂ ਸਮਝ ਆ ਗਿਆ ਕਿ ਮੈਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਮੇਰੀਆਂ ਸਾਰੀਆਂ ਗੱਲਾਂ ਮੰਨ ਲਈਆਂ, ਉਹਨੇ ਇਹਨਾਂ ਦੀਆਂ ਗੱਲਾਂ ਨਹੀਂ ਮੰਨਣੀਆਂ, ਅਤੇ ਇਹਨਾਂ ਨੂੰ ਡੰਡੇ ਲੈ ਲੱਭਣਾ, ਤੁਸੀਂ ਕਿੱਥੇ ਹੋ ਦੱਸੋ।
ਕਿ ਕੋਈ ਕਿਸਾਨ ਨੇ ਗੁੰਮਰਾਹ ਨਹੀਂ ਹੋਣਾ। ਇਸ ਲਈ ਮੈਂ ਕਿਸਾਨ ਨੂੰ ਵੀ ਪ੍ਰਾਰਥਨਾ ਕਰਦਾ ਤੁਹਾਡੇ ਮਾਧਿਅਮ ਨਾਲ ਕਿ ਸਾਰੀਆਂ ਮੰਗਾਂ ਮੰਨ ਲਈਆਂ ਨੇ। ਈਵਨ ਮਨੀਸ਼ ਤਿਵਾਰੀ ਨੇ ਕਿਹਾ, ਰਕੇਸ਼ ਟਕੈਤ ਨਾਲ ਸਾਹਮਣੇ TV 'ਤੇ ਸੀ, ਮੈਂ ਸੁਣ ਰਿਹਾ ਸੀ, ਉਹਨੇ ਕਿਹਾ ਕਿ ਬਈ ਰਕੇਸ਼ ਟਕੈਤ ਕਹਿ ਰਿਹਾ ਅਭੀ ਕਾਨੂੰਨ ਵਾਪਸ ਨਹੀਂ ਹੋਏ। ਉਹ ਕਹਿੰਦੇ ਯਾਰ ਥੋੜ੍ਹਾ ਜਿਹਾ ਸਦਬੁੱਧੀ ਦੇਵੇ ਤੁਹਾਨੂੰ ਪਰਮਾਤਮਾ। ਮਨੀਸ਼ ਤਿਵਾਰੀ ਕਹਿ ਰਹੇ ਕਾਂਗਰਸ ਦੇ MP ਕਿ ਕਾਨੂੰਨ ਪ੍ਰਧਾਨ ਮੰਤਰੀ ਨੇ ਕਹਿਤਾ ਤਾਂ ਵਾਪਸ ਹੋ ਗਏ, ਇਹ ਹੁਣ ਲਾਗੂ ਥੋੜ੍ਹਾ ਰਹਿਣੇ ਆ, ਕਾਨੂੰਨਾਂ ਦੀ ਗੱਲ ਖਤਮ ਆ। ਅਤੇ ਜਦੋਂ ਪ੍ਰਧਾਨ ਮੰਤਰੀ ਨੇ ਕਹਿਤਾ ਤਾਂ ਉਹ ਪ੍ਰਧਾਨ ਮੰਤਰੀ ਦੀ ਵੀ ਕੁਛ ਰਿਸਪੈਕਟ ਕਰੋ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਭਾਰਤ ਦੇ ਪ੍ਰਧਾਨ ਮੰਤਰੀ ਹੈ। ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਇਹ ਬਿਨਾਂ ਕਿਸੇ ਉਸ ਤੋਂ ਕਰ ਰਹੇ ਨੇ, ਔਰ ਮੈਂ ਸਮਝਦਾ ਕਿ ਇਹਨਾਂ ਦੀ ਮਨਸ਼ਾ ਜਿਹੜੀ ਸੀ ਉਹ ਪੂਰੀ ਨਹੀਂ ਹੋਈ। ਹੁਣ ਕਾਂਗਰਸ ਵੀ ਬੇਚੈਨ ਆ ਅਤੇ ਆਮ ਆਦਮੀ ਵੀ ਬੇਚੈਨ ਆ, ਪਰੇਸ਼ਾਨ ਨੇ ਇਸ ਵੇਲੇ। ਗਿਰਵਾਲ ਸਾਹਿਬ, ਤੁਹਾਨੂੰ ਕੀ ਲੱਗਦਾ ਵੀ ਹੁਣ ਐਲਾਨ ਹੋ ਗਿਆ, ਰੱਦ ਹੋਣਗੇ, ਸੈਸ਼ਨ ਆ ਰਿਹਾ, ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਉਦੋਂ ਰੱਦ ਹੋ ਜਾਣੇ, ਪਰ ਤੁਹਾਨੂੰ ਲੱਗਦਾ ਜਿਹੜਾ ਪੰਜਾਬ ਦੇ ਲੋਕ ਇੱਕ ਤਰ੍ਹਾਂ ਤੋਂ ਵਿਰੋਧ ਕਰ ਰਹੇ ਸੀਗੇ ਬੀਜੇਪੀ ਦੇ ਆਗੂਆਂ ਦਾ, ਤੁਸੀਂ ਕਿਹਾ ਜਿਸ ਤਰ੍ਹਾਂ ਨਾਲ ਇੱਕ ਤਰ੍ਹਾਂ ਵਿਰੋਧ ਹੋਇਆ ਸੀ ਮਲੋਟ 'ਚ, ਤਾਂ ਤੁਹਾਨੂੰ ਲੱਗਦਾ ਉਹ ਘਟੂਗਾ? ਤੁਹਾਨੂੰ ਲੱਗਦਾ ਵੀ ਬੀਜੇਪੀ ਦੀ ਜਿਹੜੀ ਐਕਸੈਪਟੈਂਸ ਆ ਹੋਰ ਵੱਧ ਜੂਗੀ ਪੰਜਾਬ 'ਚ? ਉਹ ਯਾਰ ਐਕਸੈਪਟੈਂਸ ਵਧਣ ਲਈ ਨਹੀਂ ਕੀਤੇ, ਸਾਡੇ ਵਿਰੋਧ ਦਾ ਸਾਨੂੰ ਕੋਈ ਦਿੱਕਤ ਨਹੀਂ। ਜਿਹੜੇ ਕਾਂਗਰਸੀ ਨੇ, ਜਿਹੜੇ ਆਮ ਆਦਮੀ ਨੇ, ਉਹ ਸਾਡਾ ਵਿਰੋਧ ਕਰਨਾ ਹੀ ਹੈ ਉਹਨਾਂ ਨੇ, ਉਹ ਤਾਂ ਫਿਰ ਵੀ ਕਰਨਗੇ। ਉਹਨਾਂ ਦੀ ਕੋਸ਼ਿਸ਼ ਹੋਊਗੀ ਹਿੰਸਕ ਬਣਾਈਏ, ਉਹ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੇ ਆ, ਉਹ ਕਿਸੇ ਵੀ ਹਾਲਤ 'ਚ ਸੱਤਾ ਰੱਖਣਾ ਚਾਹੁੰਦੇ ਆ। ਇੱਕ ਪਾਸੇ ਦੇਖੋ ਦੋ ਤਰ੍ਹਾਂ ਦੇ ਲੋਕ ਆ ਪੰਜਾਬ 'ਚ। ਇੱਕ ਪਾਸੇ ਤਾਂ ਜਿਹੜੇ ਲੋਕ ਨੇ ਉਹ ਪੰਜਾਬ ਦੀ ਸ਼ਾਂਤੀ ਨੂੰ ਲਾਂਭੂ ਲਾਉਣ ਲਈ, ਪੰਜਾਬ ਦੇ ਵਿਕਾਸ ਨੂੰ ਰੋਕਣ ਲਈ, ਤੁਹਾਨੂੰ ਪਤਾ ਕਿ ਇਸ ਅੰਦੋਲਨ ਦਾ ਕੀ ਨੁਕਸਾਨ ਹੋਇਆ। ਸਾਡੀ ਹੌਜ਼ਰੀ ਇੰਡਸਟਰੀ ਇੱਥੋਂ ਪਲਾਇਨ ਕਰ ਗਈ, ਚਮੜਾ ਉਦਯੋਗ ਇੱਥੋਂ ਪਲਾਇਨ ਕਰ ਗਿਆ, ਹੋਰ ਇੰਡਸਟਰੀ ਇੱਥੋਂ ਪਲਾਇਨ ਕਰ ਗਈ। ਰੋਜ਼ ਦਾ ਸੈਂਕੜੇ ਕਰੋੜ ਦਾ ਨੁਕਸਾਨ ਹੁੰਦਾ ਸੀ ਪੰਜਾਬ ਦਾ, ਅਤੇ ਇੱਥੋਂ ਇਨਵੈਸਟਮੈਂਟ ਚਲੀਆਂ ਗਈਆਂ, ਇੱਥੇ ਇਨਵੈਸਟਮੈਂਟ ਨਵੀਆਂ ਆ ਨਹੀਂ ਰਹੀਆਂ, ਲੋਕ ਡਰ ਗਏ ਨੇ। ਅਤੇ ਇਸ ਕਰਕੇ ਇਹ ਅੰਦੋਲਨ ਨੂੰ ਖਤਮ ਕਰਨਾ ਇਸ ਲਈ ਵੀ ਜ਼ਰੂਰੀ ਸੀ। ਇਹਦੇ 'ਚ ਪੰਜਾਬ ਦਾ ਹਿੱਤ ਆ, ਪੰਜਾਬ ਦਾ ਭਲਾ। ਅਤੇ ਜਿਹੜੇ ਲੋਕਾਂ ਨੂੰ ਪੰਜਾਬ ਨਾਲ ਸਰੋਕਾਰ ਨਹੀਂ ਹੈ, ਆਪਣੀ ਸੱਤਾ ਨਾਲ ਹੀ ਹੈ ਸਾਰਾ। ਪਹਿਲਾਂ ਵੀ ਕਾਂਗਰਸ ਨੇ ਇੱਦਾਂ ਹੀ ਕੀਤਾ, ਪੰਜਾਬ ਦੇ ਹਾਲਾਤ ਖਰਾਬ ਕੀਤੇ ਸੀ, ਹੁਣ ਵੀ ਕਰਨਾ ਚਾਹੁੰਦੇ ਸੀ ਸੱਤਾ ਪਾਉਣ ਦੇ ਲਈ। ਉਹ ਤਾਂ ਉਹਨਾਂ ਨੂੰ ਤਾਂ ਇਹ ਸ਼ਾਂਤੀ ਜਿਹੜੀ ਹੈ ਬੁਰੀ ਲੱਗਦੀ ਹੈ। ਅਤੇ ਸਾਡੇ ਜਿਹੜੇ ਲੋਕ ਆ, ਇੱਕ ਪਾਸੇ ਉਹ ਲੋਕ ਨੇ ਜਿਹੜੀ ਪੰਜਾਬ ਦੀ ਸ਼ਾਂਤੀ ਨੂੰ ਲਾਂਭੂ ਲਾਉਣ ਲਈ ਕਤਲ ਕਰਨ ਨੂੰ ਤੁਰੇ ਫਿਰਦੇ ਆ, ਔਰ ਦੂਜੇ ਪਾਸੇ ਉਹ ਲੋਕ ਨੇ ਜਿਹੜੀ ਪੰਜਾਬ ਦੀ ਏਕਤਾ ਅਖੰਡਤਾ ਲਈ, ਪੰਜਾਬ ਦੇਸ਼ ਦੀ ਮੁੱਖ ਧਾਰਾ ਨਾਲ ਜੁੜਿਆ ਰਹੇ ਔਰ ਪੰਜਾਬ ਦਾ ਵਿਕਾਸ ਹੋਵੇ, ਭਾਈਚਾਰਕ ਸਾਂਝ ਕਾਇਮ ਰਹੇ, ਉਹ ਲੋਕ ਨੇ ਉਹ ਕਤਲ ਹੋਣ ਨੂੰ ਤੁਰੇ ਫਿਰਦੇ ਆ, ਜਾਨ ਦੇਣ ਨੂੰ ਤੁਰੇ ਫਿਰਦੇ ਆ, ਜਾਨ ਲੈਣ ਨੂੰ ਤੁਰੇ ਫਿਰਦੇ ਆ। ਦੋ ਤਰ੍ਹਾਂ ਦੇ ਲੋਕ ਆ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਲੋਕ ਇੱਥੇ ਅਮਨ ਸ਼ਾਂਤੀ ਚਾਹੁੰਦੇ ਆ, ਭਾਈਚਾਰਕ ਸਾਂਝ ਚਾਹੁੰਦੇ ਆ, ਪੰਜਾਬ ਦਾ ਵਿਕਾਸ ਚਾਹੁੰਦੇ ਆ। ਸੱਤਾ ਦੀ ਗੱਲ ਨਹੀਂ, ਸੱਤਾ ਕਿਸੇ ਕੋਲ ਵੀ ਹੋਵੇ, ਸੱਤਾ ਅਲੱਗ-ਅਲੱਗ ਲੋਕਤੰਤਰ 'ਚ ਜਾਂਦੀ ਰਹਿੰਦੀ ਹੈ, ਉਹਦੀ ਗੱਲ ਘੱਟ ਗੱਲ ਹੁੰਦੀ ਹੈ, ਪਰ ਸਾਡੀ ਸੋਚ ਇਸ ਤਰ੍ਹਾਂ ਦੀ। ਇਸ ਕਰਕੇ ਸਾਨੂੰ ਕੋਈ ਕਿਸੇ ਤੋਂ ਡਰ ਨਹੀਂ ਹੈ, ਔਰ ਸਾਡੇ ਨਾਲ ਲੋਕਾਂ ਨੇ ਖੜ੍ਹੇ ਹੋ ਜਾਣਾ। ਮੈਂ ਅੱਜ ਵੀ ਤੁਹਾਨੂੰ ਕਹਿਣਾ, ਭਾਰਤੀ ਜਨਤਾ ਪਾਰਟੀ ਨਾਲ ਲੋਕ ਖੜ੍ਹੇ ਹੋਣਗੇ, ਪੰਜਾਬ ਦੀ ਜਨਤਾ ਖੜ੍ਹੀ ਹੋਊਗੀ। ਉਹ ਸਮਝਦੀ ਹੈ ਕਿ ਕੀ ਹਾਲਾਤ ਨੇ, ਕੀ ਕਰਨਾ ਚਾਹੀਦਾ। ਇਹਨਾਂ ਲੋਕਾਂ ਨੂੰ ਨਹੀਂ ਰਹਿਣ ਦੇਣਾ ਉਹਨਾਂ ਨੇ। ਇੱਕ ਗਰੇਵਾਲ ਸਾਹਿਬ, ਭਾਰਤੀ ਜਨਤਾ ਪਾਰਟੀ ਨਾਲ ਇੱਕ ਅਦਾਕਾਰ ਹੈ ਕੰਗਨਾ ਰਣੌਤ, ਉਹ ਵੀ ਬਹੁਤ ਵੋਕਲੀ ਬੀਜੇਪੀ ਨੂੰ ਸਪੋਰਟ ਕਰਦੀ ਰਹੀ ਹੈ ਟਾਈਮ ਟੂ ਟਾਈਮ। ਜੋ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਨੇ, ਅਮਿਤ ਸ਼ਾਹ ਦੀ ਨੀਤੀਆਂ ਨੇ, ਜਾਂ ਭਾਜਪਾ ਦੀ ਕੁੱਲ ਮਿਲਾ ਕੇ ਪਾਰਟੀ ਨੀਤੀਆਂ ਨੇ, ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਸਿੱਖ ਭਾਈਚਾਰੇ ਉੱਤੇ ਆ ਰਹੇ ਆ, ਜਿਸ ਤਰ੍ਹਾਂ ਜਦੋਂ ਬਿੱਲ ਵਾਪਸ ਹੋਏ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਜਿਸ ਤਰ੍ਹਾਂ ਦੇ ਉਹ ਬਿਆਨਬਾਜ਼ੀ ਕਰ ਰਹੇ ਆ? ਉਹ ਕੰਗਨਾ ਰਣੌਤ, ਪਹਿਲੀ ਗੱਲ ਤਾਂ ਉਹਨੂੰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਤਾਂ ਉਹ ਨਹੀਂ ਹੈਗੀ, ਉਹ ਇੱਕ ਫਿਲਮ ਐਕਟਰੈਸ ਆ। ਸਮਰਥਕ ਕੋਈ ਕਿਸੇ ਦਾ ਵੀ ਹੋ ਸਕਦਾ। ਇਹ ਜਿਹੜੀ ਗੱਲ ਉਹਨੇ ਕਹੀ ਆ ਕਿ ਆਤੰਕਵਾਦੀਆਂ ਨੇ ਪ੍ਰਧਾਨ ਮੰਤਰੀ ਦੀ ਬਾਂਹ ਮਰੋੜ ਲਈ, ਇਹ ਕੋਈ ਭਾਸ਼ਾ ਨਹੀਂ, ਸੱਭਿਅ ਭਾਸ਼ਾ ਨਹੀਂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਆ, ਉਹਨਾਂ ਦੇ ਉਹ ਚਾਈਨਾ ਤੋਂ ਵੀ ਡਰਦੇ ਨਹੀਂ, USA ਤੋਂ ਵੀ ਨਹੀਂ ਡਰਦੇ। ਆਪਣੀ ਗੱਲ ਕਹਿੰਦੇ ਆ, ਪੂਰੀ ਦੁਨੀਆ ਉਹਨਾਂ ਦੀ ਰਿਸਪੈਕਟ ਕਰਦੀ ਹੈ, ਡੈਮੋਕ੍ਰੇਸੀ ਦੀ ਉਹ ਰਿਸਪੈਕਟ ਕਰਦੇ ਆ, ਆਪਣੇ ਕਿਸਾਨ ਦੀ ਰਿਸਪੈਕਟ ਕਰਦੇ ਆ, ਮਜ਼ਦੂਰ ਦੀ ਕਰਦੇ ਆ, ਛੋਟੇ ਦੁਕਾਨਦਾਰ ਦੀ ਕਰਦੇ ਆ। ਤਾਂ ਉਸ ਪ੍ਰਧਾਨ ਮੰਤਰੀ ਬਾਰੇ ਇੱਦਾਂ ਦੀ ਸ਼ਬਦਾਵਲੀ ਅੱਛੀ ਗੱਲ ਨਹੀਂ ਹੈ। ਕੰਗਨਾ ਰਣੌਤ ਨੂੰ ਆਪਣੇ ਦਾਇਰੇ 'ਚ ਰਹਿਣਾ ਚਾਹੀਦਾ, ਔਰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਪੰਜਾਬ ਦੀ ਸ਼ਾਂਤੀ ਜਿਹੜੀ ਆ ਉਹ ਹੋਵੇ। ਤਾਂ ਬਹੁਤ ਸਾਰੇ ਲੋਕ ਬਿਨਾਂ ਗੱਲਬਾਤ ਤੋਂ ਸਾਨੂੰ ਬਦਨਾਮ ਕਰਨ ਲਈ ਕਹਿ ਦਿੰਦੇ ਆ ਕਿ ਕੰਗਨਾ ਰਣੌਤ ਸਾਡੀ ਆ। ਕੰਗਨਾ ਰਣੌਤ ਦਾ ਆਪਣੀ ਬੁੱਧੀ 'ਤੇ ਕੰਟਰੋਲ ਹੋਣਾ ਚਾਹੀਦਾ, ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ। ਅਤੇ ਬਾਕੀ ਮੈਂ ਇਹਦੇ ਬਾਰੇ, ਉਹ ਲੜਕੀ ਆ, ਬਹੁਤ ਜ਼ਿਆਦਾ ਗੱਲਾਂ ਨਹੀਂ ਕਹਿਣੀਆਂ। ਅਤੇ 84 ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਜੋ 84 'ਚ ਹੋਇਆ ਉਹ ਸਹੀ ਹੋਇਆ, ਅਤੇ ਉਸ ਤਰ੍ਹਾਂ ਦਾ ਹੀ ਵਰਤਾਰਾ ਹੁਣ ਫਿਰ ਤੋਂ ਹੋਣਾ ਚਾਹੀਦਾ। 84 'ਚ ਕੀ ਸਹੀ ਹੋਇਆ? ਜਿਹੜੀ ਨਸਲਕੁਸ਼ੀ ਹੋਈ ਸਹੀ ਹੋਈ, ਉਹਦੇ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ, ਉਹਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ। ਇਹ ਡੈਮੋਕ੍ਰੇਸੀ ਨਹੀਂ ਚਾਹੁੰਦੀ ਉਹ ਫਿਰ। ਤਾਂ ਮੈਂ ਨਹੀਂ ਇਹਨਾਂ ਗੱਲਾਂ 'ਚ ਵਿਸ਼ਵਾਸ ਰੱਖਦਾ, ਔਰ ਜੇ ਉਹ ਇਹੋ ਜਿਹੀਆਂ ਗੱਲਾਂ ਕਰਦੀ ਹੈ, ਮੈਂ ਤਾਂ
ਸਾਡੀ ਪਾਰਟੀ ਇਹੋ ਜਿਹੇ ਵਿਅਕਤੀਆਂ ਦੇ ਇਹੋ ਜਿਹੇ ਵਿਚਾਰਾਂ ਦੇ ਨਾਲ ਨਹੀਂ ਖੜੀ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਤੇ ਅੱਜ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘਾ ਗਏ ਨੇ, ਦੇਖ ਕੇ ਆਏ ਨੇ, ਉਹਦਾ ਇੱਕ ਬਿਆਨ ਆਇਆ ਜਿਹੜਾ ਇਮਰਾਨ ਖਾਨ ਮੇਰਾ ਵੱਡਾ ਭਰਾ ਹੈ ਉਹਨੂੰ ਬੀਜੇਪੀ ਨੇ ਮੁੱਦਾ ਬਣਾਇਆ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਕਿ ਉਹ ਕੁਝ ਵੀ ਕਹੇ, ਪਰ ਉਹਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ, ਬਾਜਵਾ ਵੀ ਉਹਦਾ ਮਿੱਤਰ ਆ ਜਿਹੜਾ IASI ਦਾ ਹੈੱਡ ਆ, ਅਤੇ ਜਿਹੜਾ ਆਰਮੀ ਚੀਫ ਆ, ਅਤੇ ਇਮਰਾਨ ਵੀ ਉਹਦਾ ਮਿੱਤਰ ਆ, ਅਤੇ ਪਾਕਿਸਤਾਨ ਵੀ ਉਹਦਾ ਮਿੱਤਰ ਆ, ਔਰ ਉਹਦਾ ਜਿਹੜਾ ਰਹਿਬਰ ਆ ਜਿਹਨੂੰ ਉਹ ਪੱਪੂ ਕਹਿੰਦਾ ਸੀ, ਸ਼੍ਰੀ ਰਾਹੁਲ ਗਾਂਧੀ ਜੀ, ਅਸੀਂ ਤਾਂ ਰਾਹੁਲ ਗਾਂਧੀ ਕਹਿੰਦੇ ਹਾਂ, ਅਤੇ ਉਹ ਦੋ ਦਿਨ ਪਹਿਲਾਂ ਜਿਹੜੀ ਗੱਲ ਬੋਲਦਾ, ਪਾਕਿਸਤਾਨ 2 ਦਿਨ ਬਾਅਦ ਬੋਲਦਾ। ਇਹਨਾਂ ਦੇ ਕੀ ਸੰਬੰਧ ਨੇ, ਇਹ ਜਾਂਚ ਦਾ ਵਿਸ਼ੇ ਹੈ। ਇੱਕ ਉਹਦੀ ਦੱਸ ਦੇਣ ਤਾਂ ਅੱਛੀ ਗੱਲ ਆ। ਭਾਰਤ ਦੇ ਅੰਦਰ ਆ ਕੇ ਉਹ ਆਤੰਕਵਾਦੀ ਭੇਜਦੇ ਆ, ਭਾਰਤ ਦੇ ਅੰਦਰ ਸਾਡੀ ਸੈਨਾ 'ਤੇ ਹਮਲਾ ਕਰਦੇ ਆ, ਔਰ ਉਹਨਾਂ ਦੇ ਆਤੰਕਵਾਦੀ ਸਾਡੀ ਪੈਰਾਮਿਲਟਰੀ ਫੋਰਸਿਸ 'ਤੇ ਹਮਲਾ ਕਰਦੇ ਆ, ਸਾਡੇ ਜਿਹੜੇ ਨਿਰਦੋਸ਼ ਨਾਗਰਿਕ ਨੇ ਉਹਨਾਂ ਦੀ ਹੱਤਿਆ ਕਰਦੇ ਆ, ਅਤੇ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਇਹ ਕੰਮ ਬੰਦ ਕਰੋ। ਅਤੇ ਕਹਿਤਾ ਵੀ ਵਾਹਗਾ ਖੁੱਲ੍ਹਣਾ ਚਾਹੀਦਾ, ਕਿਉਂਕਿ 2100 ਕਿਲੋਮੀਟਰ ਜਾ ਕੇ ਕਿਉਂ ਇੱਥੇ ਦਾ ਜਿਹੜਾ ਸਮਾਨ ਹੈ ਵੇਚਿਆ ਜਾਵੇ, ਮੁਦਰਾ ਪੋਰਟ 'ਤੇ ਜਾਵੇ, ਉਹ ਕਹਿੰਦੇ ਵੀ ਇੱਥੋਂ ਹੀ ਕਿਉਂ ਨਾ ਹੋਵੇ 20 ਕਿਲੋਮੀਟਰ ਦੇ ਫਾਸਲੇ 'ਤੇ। ਗੱਲ ਇਹ ਹੈ ਕਿ ਪਹਿਲਾਂ ਉਹ ਆਤੰਕਵਾਦੀ ਗਤੀਵਿਧੀਆਂ ਬੰਦ ਕਰਵਾਵੇ, ਜਿੱਥੇ ਸ਼ਾਂਤੀ ਨਹੀਂ ਹੁੰਦੀ ਉੱਥੇ ਵਪਾਰ ਨਹੀਂ ਹੋਇਆ ਕਰਦਾ, ਵਪਾਰ ਲਈ ਸਾਜ਼ਗਾਰ ਮਾਹੌਲ ਬਣਾਉਣਾ ਹੁੰਦਾ। ਇਹ ਨਵਜੋਤ ਸਿੰਘ ਸਿੱਧੂ ਨੂੰ ਸਮਝ ਆਉਣੀ ਚਾਹੀਦੀ ਹੈ। ਮੈਂ ਕੰਗਨਾ ਰਣੌਤ ਅਤੇ ਨਵਜੋਤ ਸਿੰਘ ਸਿੱਧੂ 'ਚ ਕੋਈ ਬਹੁਤਾ ਫਰਕ ਨਹੀਂ ਮੰਨਦਾ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਕਰਦੀ ਹੈ ਉਸ ਤਰ੍ਹਾਂ ਦੇ ਉਹ ਥੋੜ੍ਹਾ ਬਹੁਤ ਹੀ ਫਰਕ ਹੋਣਾ, ਜ਼ਿਆਦਾ ਨਹੀਂ ਹੈ। ਉਹਨਾਂ ਨੂੰ ਵੀ ਸੰਭਲ ਕੇ ਗੱਲ ਕਰਨੀ ਚਾਹੀਦੀ ਹੈ। ਅਤੇ ਲਾਂਘਾ ਖਲਵਾਉਣਾ ਤਾਂ ਪਹਿਲਾਂ ਕਹੇ ਨਾ ਜਿਹੜੇ ਉਹਦੇ ਦੋਸਤ ਆ ਔਰ ਜਿਹੜੇ ਸਾਡੇ ਕਤਲੇਆਮ ਮਚਾਉਂਦੇ ਆ ਕੇ, ਅਤੇ ਉਹ ਆਪਣੀਆਂ ਗਤੀਵਿਧੀਆਂ ਬੰਦ ਕਰਨ। ਇਹ ਨਵਜੋਤ ਸਿੰਘ ਸਿੱਧੂ ਨੂੰ ਰਿਸਪੋਂਸੀਬਿਲਿਟੀ ਓਨ ਕਰਨੀ ਚਾਹੀਦੀ। ਜਦੋਂ ਕਹਿੰਦਾ ਮੇਰੇ ਦੋਸਤ ਆ, ਦੋਸਤੀ ਕਾਹਦੀ, ਕ੍ਰਿਕਟਰ ਤਾਂ ਬਾਕੀ ਵੀ ਕ੍ਰਿਕਟ ਖੇਡਦੇ ਰਹੇ, ਨਵਜੋਤ ਸਿੰਘ ਸਿੱਧੂ ਨੇ ਜ਼ਿਆਦਾ ਕ੍ਰਿਕਟ ਖੇਲੀ ਹੈ। ਦੋਸਤੀ ਉਹਨਾਂ ਦੀ ਵੀ ਹੋਣੀ, ਜਾਣ ਪਛਾਣ ਉਹਨਾਂ ਦੀ ਵੀ ਹੋਣੀ ਹੈ। ਉਹ ਤਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨਹੀਂ ਜਿਹੜੀਆਂ ਸਿੱਧੂ ਸਾਹਿਬ ਕਰਦੇ ਆ, ਇਸ ਲਈ ਉਹਨਾਂ ਨੂੰ ਕਾਇਦੇ 'ਚ ਆਉਣਾ ਚਾਹੀਦਾ। ਪ੍ਰਗਟ ਸਿੰਘ ਨੇ ਵੀ ਇਹ ਗੱਲ ਡਿਫੈਂਡ ਕੀਤੀ ਹੈ, ਉਹ ਕਹਿੰਦੇ ਵੀ ਮੈਂ ਵੀ ਜੇ ਹਾਕੀ ਦਾ ਪਲੇਅਰ ਹਾਂ, ਜੇ ਮੇਰਾ ਹਾਕੀ ਦਾ ਪਲੇਅਰ ਕੋਈ CM ਬਣ ਜੇ ਜਾਂ ਕੋਈ ਵੀ ਅਹੁਦੇ 'ਤੇ ਪਾਕਿਸਤਾਨ, ਅਸੀਂ ਵੀ ਉਹਨੂੰ ਵਧੀਆ ਤਰੀਕੇ ਨਾਲ ਮਿਲਾਂਗੇ, ਵੀ ਇਹਦੇ 'ਚ ਹਰਜ ਕੀ ਹੈਗਾ, ਵੀ ਇਹ ਬਿਨਾਂ ਵਜੋਂ ਮੁੱਦਾ ਬਣਾਇਆ ਜਾ ਰਿਹਾ। ਨਹੀਂ, ਮਿਲਣ 'ਚ ਹਰਜ ਨਹੀਂ ਹੁੰਦਾ। ਇਸ ਤਰ੍ਹਾਂ ਦੀ ਬਿਆਨਬਾਜ਼ੀ, ਇਸ ਤਰ੍ਹਾਂ ਦੀ ਪਬਲਿਸਿਟੀ, ਇਹਦਾ ਕੀ ਮਤਲਬ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ। ਰਾਜਨੀਤੀ 'ਚ ਹੋਰ ਬਹੁਤ ਸਾਰੀਆਂ ਪਬਲਿਸਿਟੀ ਲੈ ਸਕਦੇ ਹੋ, ਦੇਸ਼ 'ਚ ਸੇਵਾ ਕਰਕੇ, ਸਮਾਜ 'ਚ ਸੇਵਾ ਕਰਕੇ ਲੈ ਸਕਦੇ ਹੋ। ਇਮਰਾਨ ਖਾਨ ਅਤੇ ਬਾਜਵਾ ਨੂੰ ਜੱਫੀ ਪਾ ਕੇ ਹੀ ਪਬਲਿਸਿਟੀ ਮਿਲਦੀ ਹੈ। ਇਹ ਕੰਮ ਨਹੀਂ ਕਰਨਾ ਚਾਹੀਦਾ। ਉਹ ਸਾਡੇ ਦੁਸ਼ਮਣ ਨੇ। ਗੱਲ ਤਾਂ ਇਹ ਹੈ ਸਭ ਤੋਂ ਬੜੀ, ਜਦੋਂ ਤੱਕ ਸਾਡੇ ਸੈਨਾ 'ਤੇ ਹਮਲਾ ਕਰਨਗੇ, ਸਾਡੇ ਪੈਰਾਮਿਲਟਰੀ ਫੋਰਸਿਸ ਦੀ ਹੱਤਿਆ ਕਰਨਗੇ, ਔਰ ਸਾਡੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕਰਵਾਉਣਗੇ, ਆਤੰਕਵਾਦੀ ਭੇਜਣਗੇ ਇੱਧਰ, ਅਤੇ ਉਦੋਂ ਤੱਕ ਸਾਡੀ ਦੋਸਤੀ ਕਿਸ ਗੱਲ ਦੀ? ਦੇਸ਼ ਪਹਿਲਾਂ, ਪੰਜਾਬ ਪਹਿਲਾਂ। ਪੰਜਾਬ ਅਤੇ ਦੇਸ਼ ਨੂੰ ਸੁਰੱਖਿਅਤ ਕਰਨਾ ਜ਼ਰੂਰੀ ਹੈ, ਅਤੇ ਨਵਜੋਤ ਸਿੰਘ ਸਿੱਧੂ ਲਈ ਹੋਰ ਪ੍ਰਾਇਓਰਟੀ ਹੋਣਗੀਆਂ, ਉਹ ਸਾਨੂੰ ਪਤਾ ਨਹੀਂ। ਦੂਜੇ ਪਾਸੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਕਿਹਾ ਸੀਗਾ ਵੀ ਮੈਂ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, BJP ਐਲਾਨ ਨਹੀਂ ਕਰਦੀ ਜਾਂ PM ਨਰਿੰਦਰ ਮੋਦੀ ਐਲਾਨ ਨਹੀਂ ਕਰਦੇ, ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋਊਗਾ। ਹੁਣ ਉਹਨਾਂ ਨਾਲ ਜੋ ਕੱਲ੍ਹ ਗੱਲਬਾਤ ਹੋਈ, ਉਹਨਾਂ ਨੇ ਕਿਹਾ ਵੀ ਬਿਲਕੁਲ ਅਸੀਂ ਸਮਝੌਤੇ ਵਾਸਤੇ ਤਿਆਰ ਹਾਂ। ਉਹਨਾਂ ਨੇ ਤਾਂ ਕਹਿ ਦਿੱਤਾ ਵੀ ਭਾਜਪਾ, ਢੀਂਡਸਾ ਗਰੁੱਪ ਸੰਯੁਕਤ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਅਲਾਇੰਸ ਹੋਊਗਾ ਆਉਣ ਵਾਲੀ ਚੋਣਾਂ 'ਚ। ਦੇਖੋ, ਇਹ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੋਊਗਾ। ਮੈਂ 2 ਵਿਅਕਤੀਆਂ 'ਤੇ ਕਦੇ ਕਮੈਂਟ ਨਹੀਂ ਕਰਦਾ। ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ ਰਾਜਨੀਤੀ ਦੀ ਇੱਕ ਸੰਸਥਾ ਨੇ, ਅਕਾਲੀ ਦਲ ਦੇ ਖਿਲਾਫ ਬੋਲ ਸਕਦੇ ਹਾਂ, ਬਾਦਲ ਸਾਹਿਬ ਦੇ ਨਹੀਂ। ਔਰ ਦੂਸਰਾ ਕੈਪਟਨ ਅਮਰਿੰਦਰ ਸਿੰਘ, ਉਹ ਵੀ ਇੱਕ ਰਾਜਨੀਤੀ ਦੀ ਆਪਣੇ ਆਪ 'ਚ ਯੂਨੀਵਰਸਿਟੀ ਨੇ, ਅਤੇ ਮੈਂ ਉਸ 'ਤੇ ਕੋਈ ਕਮੈਂਟ ਨਹੀਂ ਕਰਨੇ। ਪਰ ਇੰਨੀ ਜ਼ਰੂਰ ਹੈ, ਅਜੇ ਤੱਕ ਸਾਡਾ ਕੋਈ ਗਠਬੰਧਨ ਨਹੀਂ ਹੋਇਆ। ਅਸੀਂ 117 ਸੀਟਾਂ ਦੀ ਤਿਆਰੀ ਕਰ ਰਹੇ ਹਾਂ, ਅਤੇ ਜਦੋਂ ਸਾਡੇ ਸੈਂਟਰ 'ਚ ਕੋਈ ਗੱਲ ਹੋ ਜਾਏਗੀ, ਸਾਨੂੰ ਉੱਥੋਂ ਗੱਲਬਾਤ ਆਏਗੀ, ਕਿਉਂਕਿ ਸਾਡੇ ਨਾਲ ਵੀ ਸਲਾਹ ਮਸ਼ਵਰਾ ਕਰਦੇ ਆ, ਐਸੀ ਗੱਲ ਨਹੀਂ, ਸਟੇਟ ਨਾਲ ਵੀ, ਅਤੇ ਉਸ ਵੇਲੇ ਅਸੀਂ ਜੋ ਪਰ ਕੈਪਟਨ ਅਮਰਿੰਦਰ ਸਿੰਘ ਨਾਲ ਕੱਲ੍ਹ ਜਦੋਂ ਅਸੀਂ ਇੰਟਰਵਿਊ ਕੀਤੀ, ਉਹਨਾਂ ਨੇ ਇਹੀ ਗੱਲ ਕਹੀ ਵੀ ਢੀਂਡਸਾ ਸਾਹਿਬ ਨੇ ਅਮਿਤ ਸ਼ਾਹ ਜੀ ਨਾਲ ਗੱਲ ਕੀਤੀ ਹੋਈ ਹੈ, ਹੋਮ ਮਿਨਿਸਟਰ ਨਾਲ ਗੱਲ ਕੀਤੀ ਹੋਈ ਹੈ ਵੀ ਖੇਤੀ ਕਾਨੂੰਨ ਵਾਪਸ ਹੋਏ, ਤੁਹਾਡੇ ਨਾਲ ਆ। ਇਹ ਗੱਲ ਉਹਨਾਂ ਨੇ ਔਨ ਰਿਕਾਰਡ ਕਹੀ ਹੈ। ਦੇਖੋ, ਉਹ ਉਹਨਾਂ ਨੂੰ ਪਤਾ ਹੋਵੇ, ਮੈਂ ਇਹਨਾਂ ਗੱਲਾਂ 'ਚ ਨਹੀਂ ਪੈਂਦਾ। ਅਤੇ ਪਰ ਜੇ ਹੋਰ ਦਾ ਸੰਭਾਵਨਾ ਹੋਵੇ, ਤੁਹਾਨੂੰ ਪੁੱਛ ਲਿਆ ਜਾਵੇ ਵੀ ਇਹ ਕੰਬੀਨੇਸ਼ਨ ਠੀਕ ਹੈ ਪੰਜਾਬ ਵਾਸਤੇ, ਪੰਜਾਬ ਭਾਜਪਾ ਵਾਸਤੇ, ਤੁਸੀਂ ਕੀ ਕਹੋਗੇ? ਅਰੇ, ਕੈਪਟਨ ਅਮਰਿੰਦਰ ਸਿੰਘ 'ਚ ਤਾਂ ਇੱਕ ਬਹੁਤ ਬੜੀ ਕਲਾ, ਜਿਹੜੀ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੋਵੇ, ਖਾਲਸਾ ਦਾ ਕਤਲੇਆਮ ਮਚਾਇਆ ਹੋਵੇ, ਔਰ ਜਿਹੜੀ ਕਾਂਗਰਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਹੋਵੇ, ਉਸ ਨੂੰ 2-2 ਵਾਰ ਪੰਜਾਬ 'ਚ ਸੱਤਾ 'ਚ ਲੈ ਆਉਣ, ਉਹਨਾਂ ਹੀ ਲੋਕਾਂ ਦੀਆਂ ਵੋਟਾਂ ਲੈ ਕੇ। ਖਾਲਸਾ ਲਈ ਤਾਂ ਇਹ ਸ਼ਰਮਸਾਰ ਹੋਣ ਵਾਲੀ ਗੱਲ। ਕੈਪਟਨ ਅਮਰਿੰਦਰ ਸਿੰਘ ਦੀ ਇਹ ਖੂਬੀ ਹੈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਤਾਂ
ਜੇ ਉਹਨਾਂ ਨਾਲ ਪਾਰਟੀ ਕਰਦੀ ਆ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਜਦੋਂ ਹੋ ਜਾਊਗਾ ਉਦੋਂ ਦੱਸਾਂਗੇ। ਉਸ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ ਕਿਉਂ ਬੋਲੋ। ਅਸੀਂ 117 ਦੀ ਤਿਆਰੀ ਕਰ ਰਹੇ ਹਾਂ, ਭਾਰਤੀ ਜਨਤਾ ਪਾਰਟੀ, ਇਹ ਪੱਕੀ ਗੱਲ। ਤੇ ਢੀਂਡਸਾ ਗਰੁੱਪ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਢੀਂਡਸਾ। ਉਹ ਵੀ ਕੇਂਦਰ ਨੇ ਦੱਸਣਾ ਜੀ, ਉਹਦੇ 'ਚ ਸਾਡੇ ਕੋਲੋਂ ਸਲਾਹ ਲੈਣਗੇ, ਅਸੀਂ ਗੱਲ ਕਰਾਂਗੇ ਕੇਂਦਰ ਨਾਲ, ਪਰ ਉਹ ਕੇਂਦਰ ਨੇ ਦੱਸਣਾ। ਸਮਝੌਤਾ, ਸਾਡੀ ਪਾਰਟੀ ਕੋਈ ਇੱਕ ਸਟੇਟ ਦੀ ਪਾਰਟੀ ਤਾਂ ਹੈ ਨਹੀਂ ਗੀ, ਪੂਰੇ ਦੇਸ਼ ਦਾ ਪਾਰਟੀ ਆ ਔਰ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਆ। ਇਹਦੇ 'ਚ ਕੋਈ ਇੱਕ ਵਿਅਕਤੀ ਫੈਸਲੇ ਨਹੀਂ ਕਰਦਾ, ਸਲਾਹ ਮਸ਼ਵਰਾ ਹੋ ਕੇ ਕਈ ਸਟੇਜਸ ਹੁੰਦੀਆਂ ਨੇ, ਉਹਦੇ 'ਤੇ ਹੋ ਕੇ ਜਦੋਂ ਗੱਲ ਆਊ ਤੁਹਾਨੂੰ ਸੂਚਨਾ ਦੇ ਦਿਆਂਗੇ। ਪਰ ਹਾਲ ਦੀ ਘੜੀ ਕੋਈ ਸੀਟ ਸ਼ੇਅਰਿੰਗ ਦੀ ਗੱਲ ਨਹੀਂ, ਭਾਜਪਾ 117 ਤੇ ਆਪਣੇ ਕੈਂਡੀਡੇਟ ਦੇਊਗੀ। ਤਿਆਰੀ ਕਰ ਰਹੇ ਆ ਪੂਰੀ, ਉਹ ਹੋ ਜਾਣਾ। ਤੇ ਕੀ ਲੱਗਦਾ ਹੈ ਤੁਹਾਨੂੰ ਆਉਣ ਵਾਲੀਆਂ ਚੋਣਾਂ ਭਾਜਪਾ ਦਾ ਨਤੀਜਾ ਕਿਵੇਂ ਰਹੂਗਾ? ਸਰਕਾਰ ਬਣਾਉਣ 'ਚ ਕਾਬਲ ਹੋ ਜਾਊਗੀ ਭਾਜਪਾ? ਬਿਲਕੁਲ, ਕਿਉਂ ਨਹੀਂ ਹੋਏਗੀ। ਸਰਕਾਰ ਬਣਾਉਣ ਲਈ ਲੜਦੇ ਨੇ ਅਸੀਂ। ਭਾਰਤੀ ਸਾਡੀ ਇੱਕ ਨੇਚਰ ਆ, ਕੈਡਰ ਬੇਸਡ ਕਮ ਮਾਸ ਬੇਸਡ ਆਰਗੇਨਾਈਜੇਸ਼ਨ ਆ। ਜਦੋਂ ਅਸੀਂ ਆਪਣੇ ਲੀਡਰ ਨਾਲ, ਸਾਡੇ ਕੋਲ ਦੁਨੀਆ ਦਾ ਸਭ ਤੋਂ ਬੜਾ ਲੀਡਰ ਹੈ ਇਸ ਵੇਲੇ, ਨਰਿੰਦਰ ਮੋਦੀ ਜੀ। ਨਰਿੰਦਰ ਮੋਦੀ ਜੀ ਦੀ ਮੁੱਖ ਧਾਰਾ ਨਾਲ ਆਮ ਜਨਤਾ ਜੁੜੀ ਹੋਈ ਹੈ, ਅਤੇ ਜਦੋਂ ਤੁਸੀਂ ਸੰਗਠਨ ਖੜ੍ਹਾ ਕਰਕੇ ਆਪਦੇ ਲੀਡਰ ਜਾਂ ਆਪਦੇ ਸੰਗਠਨ ਦੇ ਨਾਲ, ਮੇਨ ਸਟਰੀਮ ਨਾਲ ਆਮ ਜਨਤਾ ਨੂੰ ਜੋੜ ਲੈਂਦੇ, ਉਦੋਂ ਚੁਣਾਵ ਜਿੱਤਦੇ ਆ। ਠੀਕ ਹੈ, ਤਾਂ ਇਸ ਕਰਕੇ ਸਾਡੇ ਚੁਣਾਵ ਲੜਨ ਦੇ ਅੰਦਰ ਜਾਂ ਕਿਸੇ ਚੀਜ਼ ਦੇ ਅੰਦਰ ਵੀ ਕੋਈ ਕਮੀ ਨਹੀਂ ਹੈ। ਅਸੀਂ ਜਦੋਂ ਭਾਰਤੀ ਜਨਸੰਘ ਸੀ, ਸਾਡਾ ਰੂਪ ਭਾਰਤੀ ਜਨਸੰਘ ਦਾ ਸੀ ਪਹਿਲਾਂ, ਅਤੇ ਉਸ ਵੇਲੇ ਸਾਨੂੰ ਪਤਾ ਹੁੰਦਾ ਸੀ ਕਿ ਸਾਨੂੰ 500 1000 ਵੋਟਾਂ ਪੈਣੀਆਂ ਨੇ। ਅਸੀਂ ਜਿੱਤਣ ਲਈ ਲੜਦੇ ਸੀ ਔਰ ਪੂਰੇ ਜ਼ੋਰ ਨਾਲ ਲੜਦੇ ਸੀ, ਅਤੇ ਉਦੋਂ ਵੀ ਜ਼ੋਰ ਲਾਉਂਦੇ। ਜੇ ਉਦੋਂ ਅਸੀਂ ਹਾਰਨ ਲਈ ਨਾ ਲੜੇ ਹੁੰਦੇ, ਪੂਰਾ ਜ਼ੋਰ ਨਾ ਲਗਾਇਆ ਹੁੰਦਾ, ਅਤੇ ਅੱਜ ਅਸੀਂ ਪ੍ਰਧਾਨ ਮੰਤਰੀ ਵੀ ਨਾ ਬਣਾਉਂਦੇ। ਇਸ ਕਰਕੇ ਅਸੀਂ ਪੰਜਾਬ ਦੇ ਅੰਦਰ ਵੀ ਵੱਡੀ ਰਾਜਨੀਤਿਕ ਧਿਰ ਹੋਵਾਂਗੇ, ਇਹ ਮੈਂ ਕਹਿ ਸਕਦਾ। ਬਾਕੀ ਤਾਂ ਟੱਕਰ ਕਿਹਦੇ ਨਾਲ ਹੈ? ਜੇ ਮੰਨ ਲਓ ਅੱਜ ਦੇ ਟਾਈਮ 'ਚ CM ਚੰਨੀ ਤਾਂ ਕਹਿੰਦੇ ਸਾਡੀ ਇੱਕ ਤਰ੍ਹਾਂ ਤੋਂ ਜਦੋਂ ਇੰਟਰਵਿਊ ਹੋਈ ਹੈ, ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਨੂੰ ਆਪਣਾ ਟੱਕਰ 'ਚ ਦੇਖਦੇ ਨੇ ਉਹ ਆਉਣ ਵਾਲੀ ਚੋਣਾਂ 'ਚ। ਤੁਸੀਂ ਕਿ ਭਾਜਪਾ ਕਿਹਨੂੰ ਦੇਖਦੀ? ਦੇਖੋ, ਅਸੀਂ ਕਿਸੇ ਨੂੰ ਵੀ ਟੱਕਰ 'ਚ ਨਹੀਂ ਦੇਖਦੇ। ਅਸੀਂ ਜਦੋਂ ਹੁਣ ਲੋਕਾਂ 'ਚ ਜਾਵਾਂਗੇ ਆਪੇ ਪਤਾ ਲੱਗ ਜਾਣਾ। ਇਸ ਕਰਕੇ ਚੰਨੀ ਸਾਹਿਬ ਨੂੰ ਜੋ ਕਹਿਣਾ ਉਹ ਕਹਿਣ, ਸਿੱਧੂ ਸਾਹਿਬ ਕਹਿਣ। ਉਹ ਪਹਿਲਾਂ ਆਪਦਾ ਘਰ ਤਾਂ ਇਕੱਠਾ ਕਰ ਲੈਣ, ਉਹ ਤਾਂ ਕੁਰਸੀ ਦੀ ਲੜਾਈ ਲੜੀ ਜਾਂਦੇ ਆ। ਜਿਹੜੀਆਂ ਗੱਲਾਂ ਅਸੀਂ ਕਹਿਣੀਆਂ ਨੇ ਉਹ ਸਿੱਧੂ ਸਾਹਿਬ ਹੀ ਦੱਸੀ ਜਾਂਦੇ ਆ ਉਹਦੀਆਂ, ਬਈ ਇਹ ਝੂਠਾ ਹੈਗਾ, ਇਹਦੇ ਕੋਲ ਪੈਸਾ ਪੂਸਾ ਹੈ ਨਹੀਂ ਗਾ, ਤੁਹਾਨੂੰ ਐਵੇਂ ਖਾਹ ਦੀਆਂ ਰਾਇਤਾਂ ਦੇਈ ਜਾਂਦਾ, ਇਹ ਅੱਗੇ ਚੱਲਣੀ ਨਹੀਂ 3 ਮਹੀਨੇ ਤੋਂ ਬਾਅਦ। ਅਤੇ ਉਹ ਤਾਂ ਉਹਨਾਂ ਦਾ ਕੰਮ ਤਾਂ ਉਹ ਆਪਸ 'ਚ ਹੀ ਕਰੀ ਜਾਂਦੇ ਆ। ਪਹਿਲਾਂ ਉਹ ਆਪਦਾ ਫੈਸਲਾ ਕਰ ਲੈਣ, ਫਿਰ ਦੱਸਾਂਗੇ। ਔਰ ਮੈਂ ਇੱਕ ਚੀਜ਼ ਕਹਿੰਦਾ, ਜੇ ਪੰਜਾਬ ਨੇ ਗੁਰੂ ਦੀਆਂ ਬੇਅਦਬੀਆਂ ਦਾ ਇਨਸਾਫ ਲੈਣਾ, ਅਸੀਂ ਕਰਕੇ ਦਿਖਾਇਆ। ਜਿੱਦਾਂ 84 ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ, ਇੱਦਾਂ ਅਸਲੀ ਦੋਸ਼ੀ ਗੁਰੂ ਦੀਆਂ ਬੇਅਦਬੀਆਂ ਦੇ ਜੇਲ੍ਹ 'ਚ ਜਾਣਗੇ। ਔਰ ਡਰੱਗਸ ਦਾ ਕੰਮ ਕਰਨ ਵਾਲੇ ਲੋਕ ਜੇਲ੍ਹਾਂ 'ਚ ਹੋਣਗੇ। ਪਿਕ ਐਂਡ ਚੂਜ਼ ਨਹੀਂ ਹੋਏਗਾ। ਇਹ BSF ਦਾ ਵਿਰੋਧ ਇਸ ਕਰਕੇ ਕਰ ਰਹੇ ਆ ਕਿ ਇਹਨਾਂ ਨੇ ਸਮਗਲਰਾਂ ਦਾ ਪਿਕ ਐਂਡ ਚੂਜ਼ ਕਰਨਾ। ਜੇ ਗੁਜਰਾਤ 'ਚੋਂ ਕੋਈ ਹੈਰੋਇਨ ਪਕੜੀ ਜਾਂਦੀ ਆ, ਡਰੱਗਸ ਪਕੜੀਆਂ ਜਾਂਦੀਆਂ ਨੇ, ਉਹਦੇ ਤਾਰ ਕਿੱਥੇ ਜੁੜਦੇ ਆ? ਪੰਜਾਬ 'ਚ ਕਿੰਨਾ ਨਾਲ ਜੁੜਦੇ ਆ ਇਹ ਪਤਾ ਕਰ ਲਓ ਤੁਸੀਂ, ਖੋਜੀ ਪੱਤਰਕਾਰ ਹੋ। ਇਸ ਕਰਕੇ ਇਹ ਡਰੱਗਸ ਦਾ ਜੇ ਧੰਦਾ ਖਤਮ ਕਰਵਾਉਣਾ ਔਰ ਜੇ ਪੰਜਾਬ 'ਚ ਗੁਰੂ ਦੀਆਂ ਬੇਅਦਬੀਆਂ ਦਾ ਇਨਸਾਫ ਲੈਣਾ, ਤਾਂ ਉਹਦੇ ਲਈ ਭਾਰਤੀ ਜਨਤਾ ਪਾਰਟੀ ਦੀ ਜ਼ਰੂਰਤ ਆ। ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਲੈ ਕੇ ਜਾਣਾ ਤਾਂ ਵੀ ਭਾਰਤੀ ਜਨਤਾ ਪਾਰਟੀ ਦੀ ਜ਼ਰੂਰਤ ਆ। ਗਰੇਵਾਲ ਸਾਹਿਬ, ਸੋਨੂੰ ਸੂਦ ਸਭ ਨੂੰ ਮਿਲ ਰਹੇ ਹੈ ਕਿ ਉਹ ਪੰਜਾਬ ਕੇਡਰ 'ਚ ਪੰਜਾਬ ਦੀ ਯੂਨਿਟ ਤੁਹਾਨੂੰ ਵੀ ਮਿਲਿਆ ਜਾਂ BJP ਦੇ ਕਿਸੇ ਹੋਰ ਲੀਡਰ ਨੂੰ ਮਿਲਿਆ ਪੰਜਾਬ 'ਚ? ਕਿਉਂਕਿ ਉਹ ਇੱਕ ਤਰ੍ਹਾਂ ਤੋਂ ਪੈਰਵਾਈ ਕਰ ਰਹੇ ਆਪਣੀ ਭੈਣ ਦੇ ਟਿਕਟ ਵਾਸਤੇ। ਕਿ ਉਹਨਾਂ ਨੇ BJP ਨਾਲ ਵੀ ਕੋਈ ਅਪਰੋਚ ਕੀਤੀ ਹੈ ਜਾਂ ਤਾਂ ਰਾਬਤਾ ਕਾਇਮ ਕੀਤਾ? ਮੈਨੂੰ ਨਹੀਂ ਪਤਾ, ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ। ਜਦੋਂ ਆਉਣਗੇ ਸਾਹਮਣੇ ਆ ਜਾਊਗੀ। ਸਾਡੇ ਵੀ ਡਿਸਕਸ ਹੁੰਦੀ ਹੈ ਸਾਰੀ ਗੱਲ, ਅਜੇ ਤੱਕ ਕੋਈ ਐਸੀ ਡਿਸਕਸ਼ਨ ਆਈ ਨਹੀਂ ਹੈ। ਹੋ ਸਕਦਾ ਪ੍ਰਧਾਨ ਜੀ ਨੂੰ ਮਿਲੇ ਹੋਣ, ਕਿਸੇ ਹੋਰ ਨੂੰ ਮਿਲੇ ਹੋਣ, ਕਿਸੇ ਜਨਰਲ ਸੈਕਟਰੀ ਨੂੰ ਮਿਲੇ ਹੋਣ, ਉਹਦੇ ਬਾਰੇ ਮੈਨੂੰ ਜਾਣਕਾਰੀ। ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤਾਂ ਇਹ ਸੀਗੇ BJP ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਜੀ, ਜਿਨ੍ਹਾਂ ਨੇ ਕਿਹਾ ਵੀ ਫਿਲਹਾਲ ਦੀ ਘੜੀ ਕਿਸੇ ਨਾਲ ਵੀ ਭਾਜਪਾ ਦਾ ਸਮਝੌਤਾ ਨਹੀਂ। 117 ਦੀਆਂ 17 ਸੀਟਾਂ ਭਾਜਪਾ ਆਪ ਲੜੂਗੀ, ਆਪਣੇ ਨੁਮਾਇੰਦੇ ਦੇਊਗੀ, ਉਮੀਦਵਾਰ ਦੇਊਗੀ। ਅਤੇ ਨਾਲ ਦੀ ਉਹਨਾਂ ਨੇ ਕਿਸਾਨਾਂ ਨੂੰ ਵੀ ਇੱਕ ਬੇਨਤੀ ਕੀਤੀ ਹੈ ਵੀ ਹੁਣ ਜਦੋਂ ਕਿ ਐਲਾਨ ਹੋ ਚੁੱਕਿਆ ਰੱਦ ਹੋਣ ਦਾ, ਵਾਪਸ ਲੈਣ ਦਾ ਸੈਸ਼ਨ ਦੇ ਅੰਦਰ, ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ, ਤਾਂ ਹੁਣ ਉਹਨਾਂ ਨੂੰ ਆਪਣੇ ਘਰੇ ਵਾਪਸ ਚਲੇ ਜਾਣਾ ਚਾਹੀਦਾ। ਮੈਂ ਸ਼ੁਭਕਰਨ ਧਾਲੀਵਾਲ, ਹੋਰ ਅਪਡੇਟਸ ਲਈ ਬਣੇ ਰਹੋ ਪ੍ਰੋ ਪੰਜਾਬ TV 'ਤੇ।